ਉਸੇ ਨਾਲ ਹੀ ਗੱਲ ਦੁਬਾਰਾ ਸ਼ੁਰੂ ਕਰ ਰਿਹਾ। ਲਾਸਟ ਆਪਣੇ ਕੋਲ ਆ ਹੋਇਆ ਸੀਗਾ ਕਿ Cp - Cv that is equal to R है ना, और ਆਪਾਂ डिफाइन ਕੀਤਾ ਸੀਗਾ Cp - Cv equal to R ਜਿਹੜਾ ਵਾ ਆਪਣੇ ਕੋਲ ਇਹਦੇ ਅਕੋਰਡਿੰਗ ਅਸੀਂ ਡਿਫਾਈਨ ਇਹ ਕਰ ਰਹੇ ਸੀਗੇ ਕਿ ਦੋ ਪ੍ਰਿੰਸੀਪਲ ਸਪੈਸਿਫਿਕ ਹੀਟ ਕੈਪੈਸਿਟੀਜ਼ ਜਿਹੜੀਆਂ ਨੇ ਇਹਦਾ ਡਿਫਰੈਂਸ ਹਮੇਸ਼ਾ ਕਾਂਸਟੈਂਟ ਆ। ठीक है, ਜਦੋਂ ਤੁਹਾਡੇ ਕੋਲ ਗੈਸ ਦਾ 1 ਮੋਲ ਗਿਵਨ ਆ ਤੇ 1 ਮੋਲ ਗੈਸ ਵਾਸਤੇ ਹਮੇਸ਼ਾ ਡਿਫਰੈਂਸ ਆਫ ਟੂ ਪ੍ਰਿੰਸੀਪਲ ਸਪੈਸਿਫਿਕ ਹੀਟ ਕੈਪੈਸਿਟੀਜ਼ ਜਿਹੜੀਆਂ ਨੇ ਇਹਦੀ ਵੈਲਿਊ ਕਾਂਸਟੈਂਟ ਆਏਗੀ ਔਰ ਉਸ ਕਾਂਸਟੈਂਟ ਨੂੰ ਅਸੀਂ ਨਾਮ ਦਿੱਤਾ ਸੀ ਗੈਸ ਕਾਂਸਟੈਂਟ। ਔਰ ਬੇਟਾ ਗੈਸ ਕਾਂਸਟੈਂਟ ਦੀ ਵੈਲਿਊ ਡਿਫਾਈਨ ਕਰ ਰਹੇ ਸੀ ਆਪਾਂ ਲਾਸਟ। R ਦੀ ਵੈਲਿਊ ਹੁੰਦੀ ਹੈ 8.314 ਜਾਊਲ ਪਰ ਮੋਲ ਪਰ ਕੈਲਵਿਨ। ठीक है, यानी इन्ना मेरा गैस कांस्टेंट है जेड़ा ये दसदा पिया कि भी 1 मोल तुहाडे कोल गिवन गैस होवे ओदा 1 केल्विन ਅਸੀਂ ਟੈਂਪਰੇਚਰ ਚੇਂਜ ਕਰਾਣਾ ਹੋਵੇ ਉਹਦੇ ਲਈ 8.314 ਜਾਊਲ એનર્ਜੀ ਜਿਹੜੀ ਆ ਹਨਾ ਮੈਨੂੰ ਸਿਸਟਮ ਚ ਦੇਣੀ ਪਏਗੀ। ਠੀਕ ਹੈ, ਔਰ ਇਹ ਡਿਫਰੈਂਸ ਜਿਹੜਾ ਇਹ ਸ਼ੋ ਕਰਦਾ ਸੀਗਾ ਕਿ ਵੀ ਜਦੋਂ ਆਪਾਂ ਗੈਸ ਨੂੰ ਹੀਟ ਐਟ ਕਾਂਸਟੈਂਟ ਪ੍ਰੈਸ਼ਰ ਕਰਾਂਗੇ ਉਸ ਕੇਸ ਮੈਨੂੰ ਰਿਕੁਆਇਰਡ એનર્ਜੀ ਜ਼ਿਆਦਾ ਹੋਏਗੀ। ठीक है, एज कम्पेयर टू कांस्टेंट वॉल्यूम कितनी ज्यादा होएगी वो अमाउंट आ जाए। क्या इतना क्लियर है बेटा? यस यस सर। एक मोल वास्ते ना लेके एक ग्राम वास्ते डिफाइन करना होवे। एक मोल दा मास ओदे मॉलिक्यूलर मास दे बराबर होएगा ते जे मैं इनु एक ग्राम ਲਈ डिफाइन करना ते बेटा ਆਪਾਂ ਦੋਨों साइड्स ਦੇ ਉੱਤੇ दोनों साइड्स के उत्ते इनु ऐसे च मॉलिक्यूलर मास ਨਾਲ डिवाइड कर लो। ठीक है, ते इनु ਅਸੀਂ स्मॉल cpcv ਪਾ ਦਿੰਨੇ। स्मॉल cpcv ਦਾ मतलब रहेगा प्रिंसिपल स्पेसिफिक हीट कैपेसिटी पर 1 ग्राम ऑफ ए गैस। ठीक है, और इधर जेड़ा आ जाएगा इनु भी स्मॉल r कह देने हैगा। ये भी गैस कांस्टेंट ही आ पर इस गैस कांस्टेंट दी वैल्यू हर वेले फिक्स नहीं होएगी क्योंकि डिफरेंट गैसेस दे मॉलिक्यूलर मास डिफर करने हैं ते मॉलिक्यूलर मास दे अकॉर्डिंगली इस स्मॉल r दी वैल्यू डिफर करती रहेगी। यानी एक आ असि रिलेशन दिता स्पेसिफिक हीट कैपेसिटी दा ये 1 ग्राम ਲਈ डिफाइन कर देता, आ रिलेशन 1 मोल वास्ते डिफाइन कर दिया। क्या दोनों रिलेशन क्लियर आ? यस सर। Yes, sir. यस सर यस सर। ਇਹ ਤੋਂ ਬਾਅਦ ਪੁੱਤ ਇਹਦੀ ਜਿਹੜੀ ਨੈਕਸਟ ਐਪਲੀਕੇਸ਼ਨ ਆ ਆਪਾਂ ਟੌਪਿਕ ਜਿਹੜਾ ਕਰਦੇ ਪਏ ਠੀਕ ਹੈ ਉਹ ਦਿਮਾਗ 'ਚ ਰੱਖੋ। ਆਪਣੇ ਮੇਨ ਟੌਪਿਕ ਦਾ ਹੈਡਿੰਗ ਸੀਗਾ ਐਪਲੀਕੇਸ਼ਨਸ ਆਫ ਕਹਿੰਦਾ ਜੀ ਫਰਸਟ ਲਾਅ ਆਫ ਥਰਮੋਡਾਇਨਾਮਿਕਸ। ਆਪਾਂ ਜਿੰਨੇ ਟੌਪਿਕ ਕਰਦੇ ਪਏ ਇਹ ਸਾਰੇ ਦੇ ਸਾਰੇ ਫਰਸਟ ਲਾਅ ਆਫ ਥਰਮੋਡਾਇਨਾਮਿਕਸ ਦੀਆਂ ਐਪਲੀਕੇਸ਼ਨਸ ਨੇ। ਆਈਸੋਥਰਮਲ ਪ੍ਰੋਸੈਸ, ਐਡੀਆਬੈਟਿਕ, ਸਾਈਕਲਿਕ, ਮੈਲਟਿੰਗ, ਬੋਇਲਿੰਗ ਐਂਡ ਸੋ ਔਨ। ਫਿਰ ਉਸ ਤੋਂ ਬਾਅਦ ਡੈਰੀਵੇਸ਼ਨ ਆਫ ਕਹਿੰਦਾ ਜੀ ਮੇਅਰਸ ਫਾਰਮੂਲਾ। ये सारे दे सारे ਅਸੀਂ फर्स्ट लॉ ऑफ थर्मोडायनामिक्स ना बनाया बेटा। ਹੁਣ ਇਦਾਂ ਹੀ ਪੁੱਤ ਉਹਦੇ ਵਿੱਚ ਉਹਨੇ ਇੱਕ ਐਪਲੀਕੇਸ਼ਨ ਆਪਣੇ ਕੋਲ ਦੇ ਦਿੱਤੀ Cv for mixture of gases। ਟੌਪਿਕ ਆਪਣੇ ਕੋਲ ਜਿਹੜੀ ਲਾਸਟ ਦੋ ਐਪਲੀਕੇਸ਼ਨਸ ਰਹਿ ਗਈਆਂ ਉਹਨਾਂ ਚੋਂ ਇੱਕ ਐਪਲੀਕੇਸ਼ਨ ਇਹ ਹੈਗੀ Cv ਦੀ ਵੈਲਿਊ ਕੱਢੋ ਜੇ ਤੁਹਾਡੇ ਕੋਲ ਗੈਸ ਦਾ ਮਿਕਸਚਰ ਹੋਵੇ। मान लो मेरे को एक कंटेनर दे अंदर दो डिफरेंट गैसेस ने, मान लो एक उच्च हाइड्रोजन गैस फिल कर ली, एक असी ऑक्सीजन गैस फिल कर ली। दोनों गैसेस नु मिक्स करके जो मैं हीट किया ठीक है वॉल्यूम कांस्टेंट रख के ते उस कहंदा जी मूवमेंट दे उस मिक्सचर ऑफ गैसेस दे ओदी Cv दी वैल्यू कितनी आएगी ओदे लिए ਅਸੀਂ डिफाइन कर रहे हैं। लेट अस कंसीडर let us consider two gases A and B। consider two gases A and B जिन्हां दे number of moles जेडे ने having moles as N1 and N2। ठीक है, ਅਸੀਂ ਕਹਿੰਦੇ ਕਿ ਪਹਿਲਾਂ ਦੋਨਾਂ ਦੀ ਇੰਡੀਵਿਜੂਅਲ ਅਸੀਂ ਐਸਐਚ ਕਾਂਸਟੈਂਟ ਵੋਲਿਊਮ ਦਾ ਕੇਸ ਬਣਾਈਏ ਫਿਰ ਬਾਅਦ ਚੋਂ ਦੋਨਾਂ ਨੂੰ ਮਿਕਸ ਕਰਕੇ ਫਿਰ ਉਹਦਾ ਕਹਿੰਦਾ ਜੀ ਕੇਸ ਬਣਾਈਏ। कुछ ਅਸੀਂ डिफाइन ਕਰਨ ਲੱਗੇ ਜਿਹੜੀਆਂ ਦੋ ਗੈਸਸ ਨੇ ਉਹਨਾਂ ਦੇ ਨੰਬਰ ਆਫ ਮੋਲਸ ਜਿਹੜੇ ਨੇ ਉਹ ਮੇਰੇ ਕੋਲ N1 N2 ਡਿਫਾਈਨਡ ਆ। ਇਹਨਾਂ ਕਲੀਅਰ ਆ? यस सर। यस सर। यस सर यस सर। C1 and CV2 CV1 ਤੇ CV2 ਦੋ ਵੇਰੀਏਬਲ ਲੈ ਰਹੇ ਆਪਾਂ। be their specific heat capacities
ਇਹ ਬੇਟਾ Cv ਵਾਸਤੇ ਆਪਾਂ ਵੇਰੀਏਬਲ ਡਿਫਾਈਨ ਕਰ ਲਾਂਗੇ, ਮੁੜ ਕੇ Cp ਇੱਥੇ ਬਣਾ ਲੈਣਾ ਆਪਾਂ। be their specific heat capacities at constant volume। ਹੁਣ ਇੱਕ ਫਾਰਮੂਲਾ ਦਿਮਾਗ 'ਚ ਰੱਖਿਓ, ਮੈਂ ਉਸ ਦਿਨ ਵੀ ਕਿਹਾ ਸੀਗਾ ਇਹਨੂੰ ਨਿਊਮੈਰੀਕਲ 'ਚ ਵੀ ਆਪਾਂ ਨੂੰ ਲੋੜ ਪੈਣੀ। ਫਾਰਮੂਲਾ ਆ ਦੱਸਿਆ ਸੀਗਾ ਤੁਹਾਡੇ ਕੋਲ, ਐਸਐਚ ਆਪਣੇ ਕੋਲ du ਦਾ ਫਾਰਮੂਲਾ ਬਣਾਇਆ ਸੀ। ਮੇਅਰ ਫਾਰਮੂਲੇ 'ਚ ਕੰਡੀਸ਼ਨ ਆਈ ਸੀਗੀ du = cv * dt। ਪਤਾ ਜੋ ਲਿਖਦਾ ਪਿਆ? Yes, sir. Yes, sir. Yes, sir. Yes, sir. जैसे कि भी change in internal energy for 1 mole of a gas is equal to cv times ਦਾ ਕਹਿੰਦਾ ਜੀ change in temperature। ਤੇ ਬੇਟਾ ਜੇ ਮੇਰੇ ਕੋਲ SH 1 ਮੋਲ ਦੀ ਥਾਂ ਤੇ N1 ਮੋਲ ਆ, ਤੇ ਇਹੀ ਰਿਲੇਸ਼ਨ ਮੈਂ SH ਗੈਸ A ਤੇ ਗੈਸ B ਲਈ ਡਿਫਾਈਨ ਕਰਾਂ, ਤੇ ਆਪਣੇ ਕੋਲ ਕੰਡੀਸ਼ਨ ਆ ਜਾਏਗੀ therefore du1 = N1 * cv1 * dt। क्लियर है जो लिखा? बच्चे रिलेशन क्लियर है पुत्र जो लिखते पे ਆਪਾਂ? Yes, sir. Yes, sir. Yes, sir. Yes, sir. सिमिलरली जो चेंज इन इंटरनल एनर्जी सेकंड गैस ने लिखी है तो टर्म बन जाएगी N2 * cv2 * dt। ਤੇ ਜੇ ਮੈਂ ਹੁਣ ਦੋਨੋਂ ਦੀਆਂ ਦੋਨੋਂ ਗੈसेस ਨੂੰ ਅਸੀਂ ਕਹਿੰਦੇ ਜੀ ਮਿਕਸ ਕਰਕੇ ਇੱਕ ਮਿਕਸਚਰ ਬਿਲਟ ਅਪ ਕਰ ਲਈਏ, ਔਰ ਮਿਕਸਚਰ ਵਾਸਤੇ ਇਹ ਰਿਲੇਸ਼ਨ ਲਿਖਣਾ ਹੋਵੇ, ਠੀਕ ਹੈ, ਇੱਥੇ ਡਿਫਾਈਨ ਕਰ ਲਓ ਫॉर ਮਿਕਸਚਰ ਆਫ ਗੈसेस। यही रिलेशन मिक्सचर ऑफ गैसेस ਲਈ ਲਿਖਣਾ, ਜਿਹਦੇ ਅੰਦਰ ਮੇਰੇ ਕੋਲ ਦੋਨੋਂ ਗੈसेस ਜਿਹੜੀਆਂ ਨੇ ਮਿਕਸ ਅਪ ਹੋਈਆਂ, ਇੱਕ ਤੇ N1 ਮੋਲ ਇੱਕ ਤੇ N2। ਇਹ ਮਤਲਬ ਟੋਟਲ ਨੰਬਰ ਆਫ ਮੋਲ ਜਿਹੜੇ ਨੇ ਉਹ N1 + N2 ਆ ਗਏ, ਔਰ ਮਿਕਸਚਰ ਦੀ ਸਪੈਸਿਫਿਕ ਹੀਟ ਕੈਪੈਸਿਟੀ Cv ਆ ਗਈ, ਔਰ ਮਿਕਸਚਰ ਨੂੰ ਵੀ ਅਸੀਂ ਸੇਮ ਰੇਂਜ ਵਾਸਤੇ ਕਹਿੰਦਾ ਜੀ ਹੀਟ ਕੀਤਾ। क्या रिलेशन क्लियर है? Yes, sir. Yes, sir. Yes, sir. know that change in internal energy बेटा मेरे को स्केलर क्वांटिटी है, डायरेक्ट ऐड हो जाती है, इसलिए ਜਿਹੜੀ मेरे को मिक्सचर दी टोटल इंटरनल एनर्जी होएगी, it is the sum total of internal energy of the first gas and internal energy of the second gas। यानी du ਨੂੰ ਅਸੀਂ du1 + du2 ਇਸ ਵੇ ਨਾਲ ਡਿਫਾਈਨ ਕਰ ਲਓ। ਹੁਣ du ਦੀ du2 ਤੇ du1 ਤਿੰਨਾਂ ਦੀ ਵੈਲਿਊ ਇਸ ਰਿਲੇਸ਼ਨ ਚ ਪੁੱਟ ਅਪ ਕਰ ਦਿਓ, ਤੇ देयरफॉर ਸਾਡੇ ਕੋਲ ਰਿਲੇਸ਼ਨ ਆ ਜਾਏਗਾ N1 + N2 * cv dt = N1 cv1 + N2 cv2 * dt। ठीक है, dt दोनों साइड से अपने कॉमन आके निकल जाना, ते जे मिक्सचर दी cv वैल्यू कढनी आ, ते ये तो अपने मिक्सचर दी cv वैल्यू आ जाएगी N1 cv1 + N2 cv2 / N1 + N2। क्या इतना क्लियर है सारे नु? Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਬੇਟਾ ਕਿ ਜੇ ਅਸੀਂ ਮਿਕਸਚਰ ਦੀ ਸਪੈਸਿਫਿਕ ਹੀਟ ਕੈਪੈਸਿਟੀ ਐਟ ਕਨਸਟੈਂਟ ਵੋਲਿਊਮ ਕੈਲਕੂਲੇਟ ਕਰਨੀ ਆ, ਤੇ ਤੁਹਾਡੇ ਕੋਲ ਦੋਨੋਂ ਗੈसेस ਦੇ ਨੰਬਰ ਆਫ ਮੋਲਸ ਤੇ ਉਹਨਾਂ ਦੀ ਇੰਡੀਵਿਜੂਅਲ ਸਪੈਸਿਫਿਕ ਹੀਟ ਕੈਪੈਸਿਟੀ ਕਿੰਨੀ ਕਿੰਨੀ ਉਹ ਦਿੱਤੀ ਹੋਵੇ, ਇਸ ਰਿਲੇਸ਼ਨ ਦੇ ਥਰੂ ਅਸੀਂ ਮਿਕਸਚਰ ਦੀ ਸਪੈਸਿਫਿਕ ਹੀਟ ਕੱਢ ਲਾਂਗੇ। क्या आ चीज क्लियर है बच्चे? Yes, sir. Yes, 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 sir. चलो इसे वे ना अपन मिक्सचर दा सीपी कैलकुलेट करना, यानी अगला पार्ट अपने को होएगा सीपी फॉर मिक्सचर ऑफ गैसेस। सीपी ਦਾ ਰਿਲੇਸ਼ਨ ਬਣਾਉਣ ਵਾਸਤੇ ਆਪਣੇ ਕੋਲ ਜਿਹੜਾ ਉੱਪਰ ਰਿਲੇਸ਼ਨ ਆਪਾਂ ਲਿੱਤਾ ਹੋਇਆ CP - CB = R ਵਾਲਾ ਕੋਈ ਯੂਜ਼ ਕਰਾਂਗੇ। we know that CP - CB = R। ਇਹ ਤੋਂ CP ਦੀ ਵੈਲਿਊ ਕੱਢ ਦਈਏ ਤੇ CP ਸਾਡਾ ਬਣ ਜਾਣਾ R + CB। ठीक है जी, क्लियर है? Yes, sir. ਸਾਡੇ ਕੋਲ ਮਿਕਸਚਰ ਵਾਸਤੇ ਕੈਲਕੂਲੇਟਡ ਆ, ਇਹਮਲ ਜਿਹੜਾ ਮਿਕਸਚਰ ਦਾ CB ਹੈਗਾ ਉਹ ਇੱਥੇ ਸਬਸਟੀਟਿਊਟ ਕਰ ਲਈਏ ਤੇ ਆਪਣੇ ਕੋਲ CP ਫॉर ਮਿਕਸਚਰ बनना शुरू हो जाएगा। देयरफॉर CP आ जाएगा R + आसानी का मैसेज ले लेंगे N1 cv1 + N2 cv2 ओवर आ गया जी N1 + N2। एलसीएम लेके नो सॉल्व करो,
ਤੇ ਆਪਣੇ ਕੋਲ Cp ਦੀ ਵੈਲਿਊ ਬਣ ਜਾਏਗੀ N1R plus N2R plus N1Cv1 plus N2Cv2 ओवर आ जाएगा N1 plus N2। ठीक है, ਇਹਦੇ ਵਿੱਚੋਂ ਐਸ ਸੱਚ ਆ ਵਾਲੀ ਤੇ ਆ ਵਾਲੀ ਟਰਮ ਕੰਬਾਈਨ ਕਰ ਲਓ ਤੇ ਆਪਣੇ ਕੋਲ Cp ਆ ਜਾਏਗਾ N1 plus N1 into R plus Cv1। ठीक है, आगे अपने को आ जाएगा प्लस N2 into R plus Cv2 ओवर आ जाएगा अपने को N1 plus N2 बट R plus Cv ਅਸੀਂ ਉੱਪਰ ਡਿਫਾਈਨ ਕੀਤਾ ਕਿ R plus Cv ਜਿਹੜਾ ਵਾ ਉਹ ਮੇਰੇ ਕੋਲ ਐਸ ਐਚ Cp ਬਣਦਾ ਬੇਟਾ। Yes, sir. Yes. ਚਲੋ ਜੇ ਇੱਥੇ ਸਬਸਟੀਟਿਊਟ ਕਰ ਲਈਏ ਤੇ R plus Cv1 ਜਿਹੜਾ ਵਾ ਇਹ ਮੇਰੇ ਕੋਲ ਐਸ ਐਚ ਗੈਸ A ਦਾ Cp1 ਬਣ ਜੂ। Yes, sir. Yes, sir. तो रिलेशन जो ਅਸੀਂ ਲਿਖ ਦਈਏ ਤੇ ਲਾਸਟ ਸਟੈਪ 'ਚ ਆਪਣੇ ਕੋਲ ਆ ਜਾਏਗਾ ਜੇ ਇਸੇ ਰਿਲੇਸ਼ਨ ਨੂੰ ਲਿਖ ਦਈਏ ਆਪਣੇ ਕੋਲ ਲਾਸਟ ਆ ਜਾਏਗਾ Cp N1 Cp1 N2 Cp2 over N1 N2 यानी अब मेरे को मिक्सचर दी स्पेसिफिक हीट एट कांस्टेंट प्रेशर आ जाएगी। क्या Cp और Cv फॉर मिक्सचर क्या दोनों क्लियर है? Yes, sir. Yes, sir. Yes. एक बार ऊपर करें मतलब जे किसी ने किसी भी स्टेप का डाउट हैगा एक बार निगाह मारो जे कोई डाउट है तो जरूर बोलो एक बार। समीक्षा अटेंडेंस ले ली बेटा? Daily, sir. ओके हाँ जी फर्स्ट लॉ का लास्ट पार्ट रह गया लिमिटेशंस ऑफ फर्स्ट लॉ ऑफ थर्मोडायनामिक्स। फर्स्ट लॉ दी लिमिटेशंस की ने बेटा किसी ने है आइडिया कोई बोलेगा? No, sir. लिमिटेशंस ऑफ फर्स्ट लॉ केमिस्ट्री पढ़िया होंगियां। गुरजीवन Yes, sir. है आइडिया? नहीं सर हले कीता नहीं चैप्टर। अच्छा जी चलो सुनो फिर आप टाइम वेस्ट नहीं करांगे। तो फर्स्ट लॉ ऑफ थर्मोडायनामिक्स ये याद होवे मैं तो इन्ना क्या सीगा कि भी जीरोथ लॉ इस तो बाद इंट्रोड्यूस किया गया है ना। जीरोथ लॉ किस चीज ना डील करदा? टेंपरेचर ना है ना और वो डिफाइन करदा टेंपरेचर दी एक मेन कंडीशन जिन्हों सी कहने थर्मल इक्विलिब्रियम। थर्मल इक्विलिब्रियम ਅਸੀਂ ਇਹ ਕੰਡੀਸ਼ਨ ਦੱਸੀ ਸੀਗੀ ਕਿ ਵੀ ਜਦੋਂ ਸਿਸਟਮ ਜਿਹੜਾ ਵਾ ਉਹ ਸਰਾਊਂਡਿੰਗ ਨਾ ਜਾਂ ਦੋ ਡਿਫਰੈਂਟ ਸਿਸਟਮ ਜਿਹੜੇ ਨੇ ਉਹਨਾਂ ਦੇ ਵਿੱਚ ਆਪਸ ਚ ਮੈਕਰੋਸਕੋਪਿਕ ਵੇਰੀਏਬਲ ਦੀ ਚੇਂਜ ਜਿਹੜੀ ਹੈ ਨਾ ਉਹ ਬੰਦ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਜੀ ਤੁਹਾਡਾ ਸਿਸਟਮ ਜਿਹੜਾ ਉਹ ਥਰਮਲ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਚ ਆ ਗਿਆ। ਬੇਟੇ ਉਹ ਚ ਅਸੀਂ ਕਿਹਾ ਸੀਗਾ ਕਿ ਵੀ ਜਦੋਂ ਐਸਐਚ ਦੋ ਡਿਫਰੈਂਟ ਗੈਸਿਸ ਅਸੀਂ ਲਿੱਤੀਆਂ ਉਹਨੂੰ ਮਿਕਸ ਕਰਦੇ ਪਏ ਆ ठीक है तो ਅਸੀਂ ਕਹਿੰਦੇ ਕਿ ਵੀ ਇੱਕ ਸਟੇਜ ਤੋਂ ਬਾਅਦ ਉਹਨਾਂ ਦੀ ਮਿਕਸਿੰਗ ਬੰਦ ਹੋ ਗਈ ਕਿਉਂਕਿ ਅਸੀਂ ਕਹਿੰਦੇ ਜੀ ਇਕੁਇਲਿਬ੍ਰੀਅਮ ਆ ਗਿਆ। ਹੁਣ ਕੁਐਸਚਨ ਚ ਕੰਡੀਸ਼ਨ ਇਸੇ ਥਾਂ ਤੇ ਐਡ ਕਰਨ ਲੱਗਿਆ ਕਹਿੰਦਾ ਜੀ ਹਾਊ ਵਿਲ ਯੂ ਡਿਸਾਈਡ ਕਿ ਵੀ ਇਕੁਇਲਿਬ੍ਰੀਅਮ ਇਸ ਟੂ ਬੀ देयर ਤੇ ਅਸੀਂ ਕਹਿੰਦੇ ਜੀ ਇਕੁਇਲਿਬ੍ਰੀਅਮ ਆ ਗਿਆ ਸਾਨੂੰ ਇਦਾਂ ਪਤਾ ਲੱਗਿਆ ਕਿ ਵੀ ਟੈਂਪਰੇਚਰ ਦੀ ਫਰਦਰ ਚੇਂਜ ਹੋਣੀ ਬੰਦ ਹੋ ਗਈ। ਇਹ ਮਤਲਬ ਜਦੋਂ ਸਿਸਟਮ ਦੇ ਅੰਦਰ ਟੈਂਪਰੇਚਰ ਦੀ ਚੇਂਜ ਹੋਣੀ ਬੰਦ ਹੋ ਗਈ ਤਾਂ ਅਸੀਂ ਕਹਿੰਦੇ ਜੇ ਮੈਂ ਸਿਸਟਮ ਥਰਮਲ ਇਕੁਇਲਿਬ੍ਰੀਅਮ ਚ ਹੁਣ ਇਹ ਚੀਜ਼ ਬਣੀ ਆ ਫਸਟ ਲਾਅ ਤੋਂ ਬਾਅਦ। ਇਹਦਾ ਮਤਲਬ ਜ਼ਰੂਰ ਫਸਟ ਲਾਅ ਦੇ ਵਿੱਚ ਕੋਈ ਕਮੀ ਮਿਲੀ ਹੋਏਗੀ ਜਿਹਦੇ ਕਰਕੇ ਸਾਨੂੰ ਇਹ ਕੰਡੀਸ਼ਨ ਜਿਹੜੀ ਉਹ ਡਿਵੈਲਪ ਕਰਨੀ ਪਈ ਔਰ ਲਿਮਿਟੇਸ਼ਨਸ ਕਿਹੜੀਆਂ ਉਹਦੇ ਅੰਦਰ ਅਸੀਂ ਇੱਕ ਲਿਮਿਟੇਸ਼ਨ ਇਹ ਲੈਂਦੇ ਆ ਕਿ ਫਸਟ ਲਾਅ ਆਫ ਥਰਮੋਡਾਇਨਾਮਿਕਸ ਇਟ ਡਸ ਨਾਟ ਇੰਡੀਕੇਟ ਦਾ ਡਾਇਰੈਕਸ਼ਨ it does not indicate the direction in which the heat can changes। मतलब पुत ਅਸੀਂ ਦੋ ਵਰਡ ਯੂਜ਼ ਕਰਨ ਲੱਗੇ ਠੀਕ ਹੈ ਤਾਂ ਆਪਾਂ ਪਹਿਲੀ ਵਾਰੀ ਉਹਨੂੰ ਯੂਜ਼ ਕਰ ਰਹੇ ਆ। ਇੱਕ ਨੂੰ ਅਸੀਂ ਨਾਮ ਦਵਾਂਗੇ ਸੋਰਸ ਆਫ ਹੀਟ ਇੱਕ ਨੂੰ ਅਸੀਂ ਨਾਮ ਦਵਾਂਗੇ ਸਿੰਕ ਆਫ ਹੀਟ। ਸੋਰਸ ਐਂਡ ਸਿੰਕ ਆਫ ਦਾ ਹੀਟ ਕਹਿੰਦਾ ਜੀ ਇਹ ਕੀ ਚੀਜ਼ ਹੋਈ। ਸੋਰਸ ਆਫ ਹੀਟ ਦਾ ਮਤਲਬ ਇਹ ਰਹੇਗਾ ਫਰਮ ਵੇਅਰ ਵੀ ਗੈਟ ਦਾ ਕਹਿੰਦਾ ਜੀ ਹੀਟ એનર્ਜੀ मतलब कहना जी source always to be kept at a higher temperature and sink is that one कहना जी where the waste heat will goes जिथे थोड़े सिस्टम दी waste heat जड़ी है जड़ी काम च नहीं आई
है ना, उस सराउंडिंग ਨੂੰ ਗਈ ਤੇ ਸਰਾउंडिंग ਇੱਕ ਤਰ੍ਹਾਂ ਮੇਰੀ ਜਿਹੜੀ ਆ ਉਹ ਸਿੰਕ ਦਾ ਰੋਲ ਪਲੇ ਕਰੇਗੀ और surrounding always to be kept at the sink always to be kept at the low temperature, source always to be at a higher, sink always to be at a lower। ਇਹ ਸਾਨੂੰ ਬਾਅਦ ਚੋਂ ਪਤਾ ਲੱਗਿਆ, ਫਸਟ ਲਾਅ ਵੇਲੇ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ। ਫਸਟ ਲਾਅ ਨੇ ਤੇ ਇਹ ਐਸ ਕਿਤੇ ਡਿਫਾਈਨ ਹੀ ਨਹੀਂ ਕੀਤਾ ਕਿ ਹੀਟ ਸੋਰਸ ਤੋਂ ਨਿਕਲ ਕੇ ਸਿੰਕ ਵੱਲ ਜਾਣੀ ਆ ਕਿ ਹੀਟ ਸਿੰਕ ਤੋਂ ਸੋਰਸ ਵੱਲ ਜਾਣੀ, ਕਿਉਂਕਿ ਸੋਰਸ ਸਿੰਕ ਦਾ ਕੋਈ ਕਨਸੈਪਟ ਉਦੋਂ ਹੈ ਨਹੀਂ ਸੀ। It means first law does not indicate the direction in which the heat will कहना जी flow, ठीक है, क्योंकि फर्स्ट लॉ ने अपने आप च सिर्फ सानू ये दसिया कि whenever some heat will be given, जे तुसी कोई heat energy system नु दिंदे हो, how the system will use the heat energy। सिस्टम ने हीट यूज कितना कीती, उन्हें दो पार्ट च हीट एनर्जी वरत लई। पार्ट ऑफ द एनर्जी यूज्ड टू चेंज द इंटरनल एनर्जी and rest of the energy is used to do some work for expansion। ਇਹਦਾ ਮਤਲਬ એનર્ਜੀ ਵਰਤੀ ਕਿੱਦਾਂ ਗਈ ਆ ਉਹ ਤਾਂ ਉਹਨੇ ਦੱਸਿਆ, ਪਰ ਕਿਆ ਉਹ એનર્ਜੀ ਜਿਹੜੀ ਆ ਹਨਾ ਅਸੀਂ ਸੋਰਸ ਤੋਂ ਸਿੰਕ ਨੂੰ ਸਪਲਾਈ ਕੀਤੀ ਜਾਂ ਸੋਰਸ ਨੇ ਸਿਸਟਮ ਨੂੰ ਦਿੱਤੀ, ਕਿਹਨੂੰ ਦਿੱਤੀ, ਇਸ ਚੀਜ਼ ਦੀ ਡਾਇਰੈਕਸ਼ਨ ਦਾ ਕਨਸੈਪਟ ਕਿਤੇ ਵੀ ਫਸਟ ਲਾਅ 'ਚ ਨਹੀਂ ਆਂਦਾ। ਫਿਰ ਦੂਜੀ ਲਿਮਿਟੇਸ਼ਨ, ਫਸਟ ਲਾਅ ਡਸ ਨਾਟ ਇੰਡੀਕੇਟ ਦਾ ਲਿਮਿਟ, it does not indicate the limit up to which the heat will कहना जी transfer from one to another। मतलब ਜਦੋਂ ਸਿਸਟਮ ਨੂੰ ਹੀਟ ਦੇਣੀ ਆ, ਠੀਕ ਹੈ, ਮੰਨ ਲਓ ਅਸੀਂ ਕਿ ਸੋਰਸ ਤੋਂ ਲੈ ਕੇ ਸਿਸਟਮ ਨੂੰ ਹੀਟ ਦਿੰਨੇ, ਕਦੋਂ ਤੱਕ ਦਵਾਂਗੇ, ਕਹਿੰਦਾ ਜੀ till a thermal equilibrium is not to be established। ਜਦੋਂ ਤੱਕ ਥਰਮਲ ਇਕੁਇਲਿਬਰੀਅਮ ਐਸਟੈਬਲਿਸ਼ ਨਹੀਂ ਹੁੰਦਾ ਉਦੋਂ ਤੱਕ ਦਵਾਂਗੇ, ਪਰ ਇਹ ਥਰਮਲ ਇਕੁਇਲਿਬਰੀਅਮ ਦਾ ਕਨਸੈਪਟ ਜਿਹੜਾ ਇਹ ਫਸਟ ਲਾਅ ਤੋਂ ਬਾਅਦ ਬਣਿਆ। ਇਹਦਾ ਮਤਲਬ ਹੋ ਗਿਆ ਫਸਟ ਲਾਅ ਦੇ ਅੰਦਰ ਕਿਤੇ ਵੀ ਅਸੀਂ ਐਸਐਚ ਕੰਡੀਸ਼ਨ ਨਹੀਂ ਦੱਸ ਪਾਏ ਕਿ ਵੀ ਜਿਹੜੀ ਹੀਟ ਸਿਸਟਮ ਨੂੰ ਮਿਲੀ ਆ ਉਹ ਕਦੋਂ ਤੱਕ ਮਿਲਣੀ, ਮਤਲਬ ਉਸ ਦੇ ਅੰਦਰ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਕਿਸ ਲਿਮਿਟ ਤੱਕ ਹੀਟ ਦੀ ਟ੍ਰਾਂਸਫਰਿੰਗ ਹੋਏਗੀ, ਠੀਕ ਹੈ, ਬਿਟਵੀਨ ਦ ਟੂ ਸਿਸਟਮ, ਠੀਕ ਹੈ, ਦੋ ਸਿਸਟਮ ਆਪਸ ਵਿੱਚ ਹੀਟ ਐਕਸਚੇਂਜ ਕਰਦੇ ਪਏ ਆ, ਕਦੋਂ ਤੱਕ ਕਰੂਗੇ। ਹੁਣ ਇਹ ਚੀਜ਼ ਥਰਮਲ ਇਕੁਇਲਿਬਰੀਅਮ ਦਾ ਜ਼ੀਰੋਥ ਲਾਅ ਦੱਸਦਾ, ਫਸਟ ਲਾਅ ਨੇ ਕਿਤੇ ਨਹੀਂ ਦੱਸੀ। क्या इन्हीं गल समय लगती पई? Yes, sir. Yes, sir. Yes, sir. सो बत ये मेन ओदियां कह लो कि दो लिमिटेशन है, इनू तीन च उन्हें वंडिया होया, तीजी च भी उन्हें यही दसिया होया कि फर्स्ट लॉ ऑफ थर्मोडायनामिक्स डज नॉट गिव एनी इंफॉर्मेशन अबाउट द सोर्स ऑफ हीट। सोर्स केड़ा वा, ठीक है जी, ये बारे कुछ भी फर्स्ट लॉ नहीं दसदा। सैकेंड, किन्ने लिमिट तक हीट एक्सचेंज होनी है, ये बारे कुछ भी फर्स्ट लॉ डिफाइन नहीं करता। ते थर्ड कहना जी एसएच सोर्स तो सिंक नू या सिंक तो सोर्स नू हीट गई है, डायरेक्शन ऑफ चेंज जिहड़ी आ इहदे बारे भी फर्स्ट लॉ ने किते इंफॉर्मेशन नहीं दी। क्या इन्ना क्लियर? Yes. Yes, sir. ये तीन अपनियां एसएच फर्स्ट लॉ ऑफ थर्मोडायनामिक्स दीयां लिमिटेशंस आ। क्या किसी नू इन्हां तिन्नां च किते कोई डाउट है कि इन्ना क्लियर आ? गुरजीवन तेरी आवाज टुट जाती बेटा। इस तो अगे टॉपिक जिहड़ा हैगा, ठीक है जी, हुण सुनते चलियो। टॉपिक अपने 2 तो 3 आपां कवर कर चुके हैं, वो इस तो अगे आने आ। एक हैगा साइक्लिक एंड नॉन साइक्लिक प्रोसेस। जे लोड आ ते मैनूं दसो, मैं दोबारा दसदा। जे दिमाग च हैगा वा कंसैप्ट साइक्लिक नॉन साइक्लिक दा ते मैनूं तां वी दसो, फिर मैं अगे नूं स्किप करके अगे चलना। साइक्लिक ते नॉन साइक्लिक क्या है दिमाग च की सीगे टॉपिक कि दोबारा लोड है दसन दी? वो Yes, बेटे sir. बोलो बोलो जल्दी। Yes, sir. Clear, sir. चलो कोई है किसी नूं लगदा कि लोड हैगी आ कि क्लियर है सारिਆਂ ਦੇ ਦਿਮਾਗ 'ਚ? सर नॉन साइक्लिक एक बार बता दो। ਜੇਕਰ ਸਾਈਕਲਿਕ ਪ੍ਰੋਸੈਸ ਕੰਪਲੀਟ ਨਾ ਹੋਵੇ ਅਸੀਂ ਨਾਨ ਸਾਈਕਲਿਕ ਲੈ ਲਾਂਗੇ। ਇਦਾਂ ਆਪਾਂ ਦੱਸਿਆ ਸੀਗਾ ਕਿ ਵੀ ਜੇ ਐਸਐਚ ਮੰਨ ਲਓ ਪ੍ਰੈਸ਼ਰ ਵੋਲਿਊਮ ਦਾ ਗ੍ਰਾਫ ਪਲਾਟ ਕਰਾਂ, ਤੁਸੀਂ ਗੈਸ ਦੀ ਕੱਲੀ ਐਕਸਪੈਂਸ਼ਨ ਹੀ ਕਰਦੇ ਹੋ, ਹੋਰ ਕੁਝ ਨਹੀਂ ਕਰਨਾ। ਗੈਸ ਨੂੰ ਐਕਸਪੈਂਡ ਕਰਕੇ ਛੱਡ ਦਿੱਤਾ ਤੇ ਇਹਦਾ ਮਤਲਬ ਹੈ ਇਹ ਆਪਣੇ ਆਪ ਚੋਂ ਆਪਣੀ ਇਨੀਸ਼ੀਅਲ ਤੋਂ ਜਿਹੜੀ ਫਾਈਨਲ ਸਟੇਜ 'ਚ ਗਿਆ, ਉਹ ਫਾਈਨਲ ਸਟੇਜ ਇਨੀਸ਼ੀਅਲ ਦੇ ਨਾਲ ਆਇਡੈਂਟੀਕਲ ਤਾਂ ਨਹੀਂ ਹੋਏਗੀ, Yes. ਹਨਾ। ਇੱਥੇ ਇਹਦਾ ਪ੍ਰੈਸ਼ਰ ਵੋਲੀਅਮ ਕੁਝ ਸੀਗਾ, ਫਾਈਨਲੀ ਅਸੀਂ ਇੱਥੇ ਆ ਕੇ ਕਹਿੰਦੇ ਜੀ ਪ੍ਰੈਸ਼ਰ ਵੋਲੀਅਮ ਕੁਝ ਨਵਾਂ ਬਣ ਗਿਆ।
ਇਹਦਾ ਮਤਲਬ ਪ੍ਰੈਸ਼ਰ ਵੋਲੀਅਮ ਦੀ ਅੱਗੇ ਨਾਲੋਂ ਜਿਹੜੀ ਚੇਂਜ ਆ, ਜੇ ਮੈਂ ਇੰਨੀ ਕਰਵ ਕੱਲੀ ਲੈ ਕੇ ਚੱਲਾਂ ਕਿ ਵੀ ਇੱਥੇ ਇਹਦਾ ਪ੍ਰੈਸ਼ਰ P1 ਵੋਲੀਅਮ V1 ਆ ਪੋਜੀਸ਼ਨ ਆਂਦੇ ਆਂਦੇ ਪ੍ਰੈਸ਼ਰ P2 ਤੇ ਵੋਲੀਅਮ V2 ਬਣ ਗਿਆ। ਇਹਦਾ ਮਤਲਬ ਹੈ ਪ੍ਰੈਸ਼ਰ ਵੋਲੀਅਮ ਅੱਗੇ ਨਾਲੋਂ ਚੇਂਜ ਹੋ ਗਿਆ। Yes, sir. ਇਹ ਆਪਣੇ ਆਪ ਚ ਮੇਰਾ ਨਾਨ ਸਾਈਕਲਿਕ ਪ੍ਰੋਸੈਸ ਆ। ਠੀਕ ਹੈ, ਕੱਲਾ ਐਰੋ ਬੈਕਵਰਡ ਨੂੰ ਮੋੜ ਦਵਾਂ। ਠੀਕ ਹੈ ਜੀ, ਆਹੀ ਆਪਾਂ ਐਰੋ ਜਿਹੜਾ ਐਸ ਜਿੱਦਾਂ ਬੈਕਵਰਡ ਲਈਏ ਤੇ ਇਹ ਵੀ ਆਪਣੇ ਆਪ ਚ ਨਾਨ ਸਾਈਕਲਿਕ ਆ, ਕਿਉਂਕਿ ਇਸ ਵੇਲੇ ਕੱਲੀ ਗੈਸ ਦੀ ਅਸੀਂ ਕੰਪਰੈਸ਼ਨ ਕਰਦੇ ਪਏ ਆ। ਠੀਕ ਹੈ, ਇਹ ਵੀ ਨਾਨ ਸਾਈਕਲਿਕ ਆ। ਤੇ ਦੂਜਾ ਵਰਡ ਮੈਂ ਉਦੋਂ ਇਹ ਦੱਸਿਆ ਸੀਗਾ ਜਿਹਦੀ ਲੋੜ ਹੁਣ ਵੀ ਆਪਾਂ ਨੂੰ ਪੈਣੀ ਆ, ਵਰਕ ਡਨ ਡਿਊਰਿੰਗ ਸਾਈਕਲਿਕ ਐਂਡ ਵਰਕ ਡਨ ਡਿਊਰਿੰਗ ਨਾਨ ਸਾਈਕਲਿਕ ਪ੍ਰੋਸੈਸ। ਤੇ ਬੇਟਾ ਅਸੀਂ ਕਿਹਾ ਸੀਗਾ ਕਿ ਵੀ ਜਦੋਂ ਵੀ ਵਰਕ ਡਨ ਕੱਢਣਾ ਹੋਏਗਾ ਸਾਈਕਲਿਕ ਤੇ ਨਾਨ ਸਾਈਕਲਿਕ ਦੇ ਅੰਡਰ, ਤੇ that always to be given by the area under the curve। ਤੁਹਾਡੇ ਗ੍ਰਾਫ ਦੇ ਅੰਡਰ ਜਿਹੜਾ ਏਰੀਆ ਇਨਕਲੋਜ਼ ਹੋਏਗਾ ਉਹ ਤੁਹਾਡੇ ਕੋਲ ਐਸੇ ਤੁਹਾਡਾ ਜਿਹੜਾ ਵਾ ਉਹ ਵਰਕ ਡਨ ਦੀ ਵੈਲਿਊ ਦਿੰਦਾ। ਕੀ ਗੱਲ ਸਮਝ ਲੱਗੀ ਜੋ ਮੈਂ ਬੋਲੀ? Yes, sir. Yes, sir. ਇਹ ਮੇਰੀ ਬੇਟਾ ਆ ਕੰਪਰੈਸ਼ਨ ਦੀ ਕਰਵ ਹੋਵੇ ਜਾਂ ਐਕਸਪੈਂਸ਼ਨ ਦੀ, ਇਸ ਕਰਵ ਦੇ ਅੰਡਰ ਜਿੰਨਾ ਏਰੀਆ ਇਨਕਲੋਜ਼ ਹੋਏਗਾ, ਆ ਜਿੰਨਾ ਏਰੀਆ ਇਨਕਲੋਜ਼ ਹੋਏਗਾ ਇਸ ਏਰੀਏ ਨਾਲ ਤੁਸੀਂ ਵਰਕ ਡਨ ਡਿਊਰਿੰਗ ਐਕਸਪੈਂਸ਼ਨ ਔਰ ਵਰਕ ਡਨ ਡਿਊਰਿੰਗ ਕੰਪਰੈਸ਼ਨ ਕਰ ਸਕਦੇ ਹੋ। ਕਲੀਅਰ ਇਨੀ ਗੱਲ? Yes, sir. ਤੇ ਦੂਜਾ ਵਰਡ, ਜੇ ਮੇਰੇ ਕੋਲ ਸਾਈਕਲਿਕ ਪ੍ਰੋਸੈਸ ਹੋਏਗਾ, ਜੇ ਮੇਰੇ ਕੋਲ ਸਾਈਕਲਿਕ ਪ੍ਰੋਸੈਸ ਆ, ਠੀਕ ਹੈ, ਤੇ ਸਾਈਕਲਿਕ ਦੇ ਅੰਦਰ ਅਸੀਂ ਕਿਹਾ ਸੀ ਸਿਸਟਮ ਆਪਣੀ ਇਨੀਸ਼ੀਅਲ ਸਟੇਟ ਨੂੰ ਹੀ ਅਚੀਵ ਕਰਦਾ ਵਾ। ਇਹਦਾ ਮਤਲਬ ਜੇ ਮੰਨ ਲਓ ਤੁਹਾਡੇ ਕੋਲ ਕਹਿੰਦਾ ਜੀ ਕਿਸੇ ਮੂਮੈਂਟ ਤੇ ਇਸ ਵੇ ਨਾਲ ਮੇਰੇ ਕੋਲ ਜਿਹੜਾ ਵਾ ਐਸ ਚ ਗੈਸ ਦੀ ਐਕਸਪੈਂਸ਼ਨ ਹੋਈ ਔਰ ਇਸ ਸਟੈਪਸ ਦੇ ਉੱਤੇ ਮੇਰੇ ਕੋਲ ਗੈਸ ਦੀ ਕੰਪਰੈਸ਼ਨ ਹੋਈ। ਆ ਪੁਆਇੰਟ A ਤੇ ਪ੍ਰੈਸ਼ਰ ਵੋਲੀਅਮ P1 V1, ਆ B ਪੁਆਇੰਟ ਦੇ ਉੱਤੇ ਮੇਰੇ ਕੋਲ ਪ੍ਰੈਸ਼ਰ ਵੋਲੀਅਮ P2 ਤੇ V2। ਇਨੀਸ਼ੀਅਲ ਪਹਿਲੋ ਗੈਸ ਦੀ ਐਕਸਪੈਂਸ਼ਨ ਜਿਹੜੀ ਆ ਉਹ ਕਰਵ ਨੰਬਰ 1 ਦੇ ਅਕੋਰਡਿੰਗਲੀ ਮੰਨ ਲਓ ਹੋ ਗਈ, ਕੰਪਰੈਸ਼ਨ ਜਿਹੜੀ ਉਹ ਕਰਵ ਨੰਬਰ 2 ਦੇ ਅਕੋਰਡਿੰਗਲੀ ਹੋ ਗਈ। ਔਰ ਆਪਾਂ ਕਹਿੰਦੇ ਜੇ ਪ੍ਰੋਸੈਸ ਕਿਹੜਾ ਸੀ, ਕਹਿੰਦੇ ਜੇ ਸਾਈਕਲਿਕ ਆ, ਸਿਸਟਮ ਆਪਣੀ ਇਨੀਸ਼ੀਅਲ ਸਟੇਟ ਨੂੰ ਹੀ ਦੁਬਾਰਾ ਅਚੀਵ ਕਰਦਾ ਪਿਆ ਆਫਟਰ ਪਾਸਿੰਗ ਥਰੂ ਅ ਨੰਬਰ ਆਫ ਸਟੇजेस। ਤੁਸੀਂ ਕਹਿੰਦੇ ਜੀ ਉਹ ਫਿਰ ਪ੍ਰੋਸੈਸ ਮੇਰਾ ਜਿਹੜਾ ਹੋਏਗਾ ਉਹ ਸਾਈਕਲਿਕ ਆ ਬੇਟਾ। ਤੇ ਇਹਦੇ ਅੰਡਰ ਵੀ ਜੇ ਮੈਂ ਵਰਕ ਡਨ ਕੈਲਕੂਲੇਟ ਕਰਨਾ ਤੇ ਵਰਕ ਡਨ ਆਲਵੇਜ਼ ਗਿਵਨ ਬਾਈ ਦਾ ਏਰੀਆ ਅੰਡਰ ਦਾ ਕਰਵ। ਹੁਣ ਜੇ ਮੈਂ ਕੱਲੀ ਆ ਕਰਵ ਦਾ ਏਰੀਆ ਕੱਢਣਾ ਹੋਵੇ, ਠੀਕ ਹੈ, ਕਰਵ ਨੰਬਰ 1 ਜਿਹੜੀ ਐਕਸਪੈਂਸ਼ਨ ਦੀ ਆਈ ਆ, ਜੇ ਮੈਂ ਕੱਲਾ ਇਹਦਾ ਏਰੀਆ ਕੱਢਣਾ ਹੋਵੇ ਤੇ ਇਹਦਾ ਮਤਲਬ ਆ ਕਰਵ ਦੇ ਅੰਡਰ ਜਿੰਨਾ ਵੀ ਇਥੋਂ ਏਰੀਆ ਆਏਗਾ, ਆ ਜਿੰਨਾ ਵੀ ਮੇਰਾ ਕਰਵ ਦਾ ਏਰੀਆ ਹੋਏਗਾ that will the work done for expansion, ਯਾਨੀ work done by the gas। ਤੇ work done by the gas always taken to be positive। ਇਹ ਚੀਜ਼ ਆਪਾਂ ਮੈਥਮੈਟੀਕਲ ਆਈਸੋਥਰਮਲ ਤੇ ਐਡੀਆਬੈਟਿਕ ਐਕਸਪੈਂਸ਼ਨ ਵਾਲੇ ਟੌਪਿਕ ਚ ਪ੍ਰੂਵ ਕੀਤੀ ਆ ਕਿ ਵੀ ਐਸ ਸੱਚ ਜਦੋਂ ਵਰਕ ਇਜ਼ ਡਨ ਬਾਈ ਦਾ ਗੈਸ ਆ ਉਹ ਮੇਰਾ ਪੋਜ਼ਿਟਿਵ ਆ, ਐਂਡ ਵੈਨ ਵਰਕ ਇਜ਼ ਡਨ ਔਨ ਦਾ ਗੈਸ ਆ ਉਹ ਮੇਰਾ ਨੈਗੇਟਿਵ ਆ। क्या इन्ने वर्ड क्लियर हो रहे? Yes, sir. ਇਹ ਮਤਲਬ ਜਿਹੜੇ ਮੈਂ ਵਰਡ ਤੇ ਸਟ੍ਰੈਸ ਦੇ ਰਿਹਾ ਇਸ ਕਰਕੇ ਦੇ ਰਿਹਾ ਕਿਉਂਕਿ ਕੈਮਿਸਟਰੀ ਦੇ ਅੰਦਰ ਇਹ ਐਸਐਚ ਤੁਹਾਡੇ ਕੋਲ ਜਿਹੜੀ ਆ ਕਨਵੈਨਸ਼ਨ ਜਿਹੜੀ ਵਰਕ ਡਨ ਵਾਲੀ ਆ ਇਹ ਰਿਵਰਸ ਲੱਗਦੀ ਆ। ਠੀਕ ਹੈ, ਇਹਨਾਂ ਧਿਆਨ ਰੱਖਿਓ। ਸੋ ਇਸ ਕੇਸ ਦੇ ਅੰਦਰ ਜਿਹੜੀ ਕਰਵ ਨੰਬਰ 1 ਵਾ ਇਹ ਮੇਰੇ ਕੋਲ ਵਰਕ ਡਨ ਬਾय ਦਾ ਗੈਸ ਦਿਖਾ ਰਹੀ ਆ, ਇਹ ਵਰਕ ਮੇਰਾ ਪੋਜ਼ਿਟਿਵ ਆ। ਔਰ ਜਿਹੜੀ ਕਰਵ ਨੰਬਰ 2 ਹੈਗੀ ਆ, ਠੀਕ ਹੈ ਜੀ, ਇਹ ਕੰਪਰੈਸ਼ਨ ਦੀ ਕਰਵ ਆ। ਪ੍ਰੈਸ਼ਰ P2 ਸੀਗਾ ਵੱਧ ਕੇ ਪ੍ਰੈਸ਼ਰ P1 ਬਣ ਗਿਆ। ਇਹਦਾ ਮਤਲਬ ਇਹ ਹੋ ਗਿਆ ਆ ਕਰਵ ਨੰਬਰ 2 ਕੰਪਰੈਸ਼ਨ ਦੀ ਕਰਵ ਆ। Yes, sir. ਤੇ ਇਸ ਕਰਵ ਦੇ ਲਈ ਜਿਹੜਾ ਵਰਕ ਡਨ ਹੋਏਗਾ ਇਹਨੂੰ ਅਸੀਂ ਕਹਿੰਦੇ ਵਰਕ ਇਜ਼ ਡਨ ਔਨ ਦਾ ਗੈਸ। ਤੇ ਜਦੋਂ ਵਰਕ ਡਨ ਔਨ ਦਾ ਗੈਸ ਹੋਏਗਾ ਅਸੀਂ ਇਹਨੂੰ ਐਸਾ ਚ ਲੈਨੇ that work is taken to be negative। ਇਹਦਾ ਮਤਲਬ ਇਹ ਹੋ ਗਿਆ ਆ ਕਰਵ ਦਾ ਮੈਂ ਵਰਕ ਕੱਢਣਾ ਹੋਵੇ ਤੇ ਇਸ ਕਰਵ ਦੇ ਅੰਡਰ ਏਰੀਆ ਲੈ ਲਵਾਂ। ਇਹਦਾ ਮਤਲਬ ਇਹ ਚੀਜ਼ ਹੋਈ ਕਿ ਵੀ ਆ ਏਰੀਆ ਜਿਹੜਾ ਹੋਏਗਾ ਇਹ ਵਰਕ ਇਜ਼ ਡਨ ਔਨ ਦਾ ਗੈਸ ਹੋ ਗਿਆ, ਇਹ ਨੈਗੇਟਿਵ ਆ। ਅਲਟੀਮੇਟਲੀ ਜੇ ਮੈਂ ਪੂਰਾ ਹੁਣ ਸਾਈਕਲਿਕ ਪ੍ਰੋਸੈਸ ਦਾ ਵਰਕ ਕੱਢਣਾ ਵਾ ਤੇ ਜਿੰਨਾ ਮੇਰਾ ਕਰਵ ਨੰਬਰ 1 ਠੀਕ ਹੈ ਜਿਹੜਾ ਪੋਜ਼ਿਟਿਵ ਵਰਕ ਦੇਗੀ, ਕਰਵ ਨੰਬਰ 2 ਜਿਹੜਾ ਮੇਰਾ ਨੈਗੇਟਿਵ ਵਰਕ ਦੇਗੀ, ਇਹਨਾਂ ਦੋਨਾਂ ਦੇ ਵਰਕ ਨੂੰ ਮੈਂ ਐਡ ਕਰਾਂ, ਇੱਕ ਪੋਜ਼ਿਟਿਵ ਇੱਕ ਨੈਗੇਟਿਵ, ਤੇ ਨੈਟ ਇੰਨੀ ਟਰਮ ਜਿਹੜੀ ਆ ਇੰਨੀ ਟਰਮ ਜਿਹੜਾ ਵਾ ਇੰਨਾ ਏਰੀਆ ਜਿਹੜਾ ਵਾ
आ मेरा एरिया कैंसल हो जू विचों Yes, Yes, sir. sir. ਇਹਦਾ ਮਤਲਬ ਸਾਡੇ ਕੋਲ ਜਿਹੜਾ ਨੈਟ ਵਰਕ ਡਨ ਡਿਊਰਿੰਗ ਸਾਈਕਲਿਕ ਪ੍ਰੋਸੈਸ ਹੋਏਗਾ ਉਹ ਮੇਰੇ ਕੋਲ ਐਸਐਚ ਆ ਜਿਹੜਾ ਮੇਰਾ ਏਰੀਆ ਆਏਗਾ ਆ ਇੰਨਾ ਪੋਰਸ਼ਨ ਜਿਹੜਾ ਮੇਰਾ ਕਰਵ ਨੇ ਇਨਕਲੋਜ਼ ਕੀਤਾ ਇਹਦਾ ਏਰੀਆ ਜਿਹੜਾ ਹੋਏਗਾ ਆ ਕਰਵ ਦਾ ਇਹ ਮੇਰਾ ਸਿਸਟਮ ਦਾ ਨੈਟਵਰਕ ਹੋਏਗਾ Yes, sir. ਇੰਨੀ ਗੱਲ ਸਾਰਿਆਂ ਨੂੰ Yes, sir. ਸਹੀ ਆ ਚਲੋ ਸੋ ਫਿਰ ਆ ਮੇਰੇ ਕੋਲ ਜਿਹੜਾ ਕਰਵ ਦਾ ਏਰੀਆ ਆ ਗਿਆ ਇਹ ਮੇਰਾ ਕਰਵ ਦਾ ਏਰੀਆ ਇਹ ਮੇਰਾ ਸਿਸਟਮ ਦਾ ਨੈਟਵਰਕ ਆ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਡਿਪੈਂਡ ਕਰੇਗਾ एक्सपेंशन दी कर्व कंप्रेशन तो ऊपर आ कि एक्सपेंशन दी कर्व कंप्रेशन दे थल्ले आ इस वेले एक्सपेंशन दी कर्व दा एरिया इनक्लोज ज्यादा वा इसलिए साइक्लिक प्रोसेस दा नेटवर्क जेड़ा वा वो पॉजिटिव होएगा जे मेरे कोल एसएच ऊपर वाली कर्व कंप्रेशन दी हुंदी फिर वर्क डन ऑन दा गैस ज्यादा सी बाय दा गैस थोड़ा सी ते फिर मेरा नेटवर्क जेड़ा वा ठीक है ड्यूरिंग साइक्लिक प्रोसेस वो नेगेटिव आएगा क्या इन्नी गल क्लियर है Yes, sir. Yes, sir. Yes, sir. बेटे ये बुक दे विचों जदों देखोगे ना ये छोटे छोटे टॉपिक दिते होने जिथे लिमिटेशन ऑफ फर्स्ट लॉ ऑफ थर्मोडायनामिक्स खत्म होएगी उस तो बाद उन्हें दस दिता साइक्लिक प्रोसेस ते नॉन साइक्लिक प्रोसेस किहड़े आ फिर उन्हें एक टॉपिक बना दिता वर्क डन ड्यूरिंग साइक्लिक प्रोसेस ते वर्क डन ड्यूरिंग नॉन साइक्लिक प्रोसेस क्या इन्नी समझ आ रही सारियां नूं Yes, sir. Yes, sir. चलो इस तो अगे अपने को जेड़ा टॉपिक आ मनन फिर नहीं तो बेटा कल मैं कराना आप इसे चीज की कंटिन्यू जेनु कर लिए टॉपिक नु ठीक है Okay, sir. वो कल करा देना मैं दोनों फिर ਇਹਦੇ ਨਾਲ ਹੀ ਉਹਨੇ ਬੇਟਾ ਹੁਣ ਜਿਹੜਾ ਟੌਪਿਕ ਨੈਕਸਟ ਬਣਾਉਣਾ ਵਾ ਟੌਪਿਕ ਆਪਣੇ ਕੋਲ ਬਣ ਜਾਣਾ ਇਸ ਤੋਂ ਬਾਅਦ ਜਿਹੜਾ ਉਹ ਆ ਜਾਏਗਾ ਆਪਣੇ ਕੋਲ ਹੀਟ ਇੰਜਨ ਨੈਕਸਟ ਟੌਪਿਕ ਆਪਣਾ ਜਿਹੜਾ ਬਣਨਾ ਵਾ ਠੀਕ ਹੈ ਉਹ ਆਪਣੇ ਕੋਲ ਆ ਜਾਣਾ ਜੀ ਹੀਟ ਇੰਜਨ ਕਿਹਨੂੰ ਕਹਿੰਦੇ ਆਪਾਂ ਤੇ ਬੇਟੇ ਅੱਗੇ ਵੀ ਦੱਸਿਆ ਸੀ ਫਿਰ ਰਿਪੀਟ ਕਰਾਂਗਾ ਸੇਮ ਵਰਡ ਮੈਂ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਪੈਟਰੋਲ ਇੰਜਨ ਡੀਜ਼ਲ ਇੰਜਨ ਸਟੀਮ ਇੰਜਨ ਇਹ ਸਾਰੇ ਮੇਰੇ ਹੀਟ ਇੰਜਨ हीट इंजन जनरल डिफाइन करिए तो ਅਸੀਂ ਕਹਿੰਦੇ ਜੀ a device which is used to convert heat energy into mechanical energy यानी हीट इंजन ਜਿਹੜਾ ਹੋਏਗਾ ਇਹਦਾ ਬੇਸਿਕ ਕੰਮ ਹੋਏਗਾ ਕਿ ਇਹਨੇ ਸਿਸਟਮ ਦੀ ਹੀਟ એનર્ਜੀ ਨੂੰ ਠੀਕ ਹੈ ਐਸ ਸੱਚ ਮਕੈਨੀਕਲ એનર્ਜੀ ਦੇ ਅੰਦਰ ਕਨਵਰਟ ਕਰਨਾ ਵਾ यानी it will convert the heat energy into mechanical energy ਹੁਣ ਜਦੋਂ ਹੀਟ એનર્ਜੀ ਨੂੰ ਮਕੈਨੀਕਲ એનર્ਜੀ ਚ ਅਸੀਂ ਕਨਵਰਟ ਕਰਨਾ ਤੇ ਜਿਹੜਾ ਮੇਰਾ ਹੀਟ ਇੰਜਨ ਹੋਏਗਾ ਉਹਦੇ ਕਹਿੰਦਾ ਜੀ ਐਸ ਸੱਚ ਕੰਪੋਨੈਂਟ ਕਿਹੜੇ ਕਿਹੜੇ ਆ ਤੇ ਅਸੀਂ ਬੇਟਾ ਐਸ ਸੱਚ ਦੀ ਇੱਕ ਬਲੌਕ ਡਾਇਗਰਾਮ ਦੇ ਨਾਲ ਇਹਦੇ ਕੰਪੋਨੈਂਟ ਦਿਖਾਵਾਂਗੇ ਉਹ ਚ ਕਿਤੇ ਵੀ ਇਹਦੀ ਐਕਚੁਅਲ ਡਾਇਗਰਾਮ ਨਹੀਂ ਆ ਰਹੀ ਯਾਨੀ ਸਾਡੇ ਕੋਲ ਹੀਟ ਇੰਜਨ ਦੀ ਸਿਰਫ ਬਲੌਕ ਡਾਇਗਰਾਮ ਆਏਗੀ ਉਹ ਚ ਅਸੀਂ ਡਿਫਾਈਨ ਕਰਦੇ ਹਾਂ ਕਿ ਸਾਡੇ ਕੋਲ ਐਸ ਸੱਚ ਤਿੰਨ ਕੰਪੋਨੈਂਟ ਆਣੇ ਆ one is to be called as the source of the heat one is to be called as a source of the heat it always to be kept at a high temperature ठीक है एक मेरे को जेड़ा होएगा ਅਸੀਂ ਕਹਿੰਦੇ ਜੀ ਐਸ ਸੱਚ ਵਰਕਿੰਗ ਸਬਸਟੈਂਸ ਹੋਏਗਾ ਡਾਇਗਰਾਮ ਦੇ ਸਿੰਬਲ ਜਿਹੜੇ ਨੇ ਕੋਈ ਸਪੈਸੀਫਾਈਡ ਨਹੀਂ ਹੈਗੇ ਕਿ ਸਰਕਲ ਬਣਾਇਆ ਤੇ ਸਕੁਅਰ ਬਣਾ ਲਿਆ ਜਾਂ ਰੈਕਟੈਂਗਲ ਬਣਾ ਲਈ ਜਿੱਦਾਂ ਮਰਜ਼ੀ ਡਰਾ ਕਰ ਸਕਦੇ ਹੋ ਇੱਕ ਮੇਰੇ ਕੋਲ ਆ ਗਿਆ ਵਰਕਿੰਗ ਸਬਸਟੈਂਸ सॉरी एक आ गया वर्किंग सब्सटेंस और थर्ड साइड को ला जाएगा दे अंदर उन्हें से डिफाइन कर दे सिंक ठीक है तीन कंपोनेंट लिख रहे हैं नंबर वन सोर्स ऑफ द हीट सेकंड साइड को होएगा कहना जी वर्किंग सब्सटेंस and the third one ਸਾਡੇ ਕੋਲ ਜਿਹੜਾ ਹੋਏਗਾ that's called as ਕਹਿੰਦਾ ਜੀ sink of the heat ਠੀਕ ਹੈ ਹੁਣ ਗੱਲ ਆ ਗਈ source of the heat ਕਿਹਨੂੰ ਕਹੀਏ ਠੀਕ ਹੈ ਜੀ ਉਹਦੇ ਚ ਮੇਰੇ ਕੋਲ ਕੀ ਹੋਏਗਾ ਤੇ ਆ ਦੋਨੋਂ ਦੇ ਦੋਨੋਂ source of the heat ਤੇ sink of heat ਜਿਹੜੇ ਨੇ ਠੀਕ ਹੈ ਇਹ ਅਸੀਂ ਕੰਸੀਡਰ ਕਰਦੇ ਆਈਡੀਅਲ ਸੋਰਸ ਨੇ ਆਈਡੀਅਲ ਸਿੰਕ ਤੇ ਆਈਡੀਅਲ ਸੋਰਸ ਨੇ ਮਤਲਬ ਕੀ ਆ
ਅਸੀਂ ਇਹਦੇ ਅੰਦਰ ਬੇਟਾ ਇੱਕ ਪ੍ਰੋਪਰਟੀ ਲਗਾਵਾਂਗੇ, ਸੋਰਸ ਆਫ ਹੀਟ ਆਲਵੇਜ਼ ਹੈਵ ਇਨਫਾਈਨਾਈਟ ਥਰਮਲ ਕੈਪੈਸਿਟੀ। ਅਸੀਂ ਮੰਨ ਕੇ ਚੱਲਾਂਗੇ ਕਿ ਜਿਹੜਾ ਸਾਡਾ ਸੋਰਸ ਆਫ ਹੀਟ ਆ ਇਹਦੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਇਹਦਾ ਮਤਲਬ ਇਹ, ਔਰ ਇਸੇ ਤਰ੍ਹਾਂ ਸਿੰਕ ਦੀ ਵੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਕੀ ਮਤਲਬ ਹੋਇਆ ਇਹਦਾ? ਤੇ ਇਹਦਾ ਮਤਲਬ ਇਹ ਹੋਏਗਾ ਕਿ ਸੋਰਸ ਦੇ ਕੋਲੋਂ ਅਸੀਂ ਹੀਟ એનર્ਜੀ ਵਿਦਡਰਾ ਕਰਨੀ ਆ। ਵਰਕਿੰਗ ਸਬਸਟੈਂਸ ਜਿਹੜਾ ਮੇਰਾ ਹੋਏਗਾ, ਇਹ ਮੇਰਾ ਕੋਈ ਵੀ ਆਈਡੀਅਲ ਗੈਸ ਆ ਜਿਹੜੀ ਮੈਂ ਕਿਸੇ ਕੰਟੇਨਰ 'ਚ ਫਿਲ ਕੀਤੀ ਆ। ਮਤਲਬ ਵਰਕਿੰਗ ਸਬਸਟੈਂਸ ਮੇਰੀ ਇਹ ਆਈਡੀਅਲ ਗੈਸ ਆ ਜਿਹੜੀ ਮੈਂ ਇਸ ਕੰਟੇਨਰ 'ਚ ਫਿਲ ਕੀਤੀ ਹੋਈ ਆ, ਠੀਕ ਹੈ। ਔਰ ਇਸ ਨੂੰ ਹੀਟ ਦੇ ਕੇ ਜਾਂ ਇਹਦੇ ਕੋਲ ਹੀਟ ਲੈ ਕੇ ਅਸੀਂ ਸੋਰਸ ਸਿੰਕ ਦਾ ਕਨਸੈਪਟ ਐਡ ਕਰਾਂਗੇ। ਅਸੀਂ ਇਹ ਕਹਿੰਦੇ ਪਏ ਕਿ ਵੀ ਜਿਹੜਾ ਐਸ ਸੱਚ ਸੋਰਸ ਆਫ ਹੀਟ ਹੋਏਗਾ, ਜਿਹੜਾ ਸੋਰਸ ਆਫ ਹੀਟ ਹੋਏਗਾ, ਇਹਨੇ ਮੰਨ ਲਓ ਐਸ ਸੱਚ ਵਰਕਿੰਗ ਸਬਸਟੈਂਸ ਨੂੰ Q1 ਹੀਟ એનર્ਜੀ ਸਪਲਾਈ ਕੀਤੀ। ਮਤਲਬ ਅਸੀਂ ਸੋਰਸ ਦੇ ਕੋਲੋਂ, ਅਸੀਂ ਇਸ ਸੋਰਸ ਦੇ ਕੋਲੋਂ, ਠੀਕ ਹੈ ਜੀ, ਐਸ ਸੱਚ Q1 ਹੀਟ એનર્ਜੀ ਦਿੱਤੀ ਆ ਜਿਹੜੀ ਵਰਕਿੰਗ ਸਬਸਟੈਂਸ ਨੇ ਯੂਟਿਲਾਈਜ਼ ਕਰਨੀ ਆ, ਔਰ ਇਹਨੇ ਉਹ ਹੀਟ એનર્ਜੀ ਮਕੈਨੀਕਲ એનર્ਜੀ 'ਚ ਕਨਵਰਟ ਕਰਨੀ ਆ। ਅਸੀਂ ਮੰਨਿਆ ਕਿ ਸੋਰਸ ਦੇ ਕੋਲੋਂ ਅਸੀਂ Q1 ਹੀਟ એનર્ਜੀ ਜਦੋਂ ਲਿੱਤੀ ਆ, ਇਸ ਪ੍ਰੋਸੈਸ ਦੇ ਅੰਦਰ ਸੋਰਸ ਦੇ ਟੈਂਪਰੇਚਰ ਤੇ ਕੋਈ ਫਰਕ ਨਹੀਂ ਪਿਆ। ਮੈਨੂੰ ਇਹ ਪਤਾ ਕਿ ਜਿਹੜੀ ਵੀ ਮੈਂ ਚੀਜ਼ ਦੇ ਵਿੱਚੋਂ ਹੀਟ એનર્ਜੀ ਲਵਾਂਗਾ ਉਹਦਾ ਟੈਂਪਰੇਚਰ ਘਟੂਗਾ ਕਿ ਨਾਲੋਂ? Yes, sir. Yes, sir. Yes, ਇੱਕ ਪ੍ਰੋਪਰਟੀ ਇਹ ਲਗਾ ਕੇ ਚੱਲਦੇ ਪਏ ਆ ਕਿ ਜਿਹੜਾ ਸੋਰਸ ਹੈਗਾ ਇਹਦੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਸੋਰਸ ਦੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਤੇ ਇਨਫਾਈਨਾਈਟ ਥਰਮਲ ਕੈਪੈਸਿਟੀ ਦਾ ਮਤਲਬ ਇਹ ਹੈਗਾ ਕਿ ਵੀ ਸੋਰਸ ਦੇ ਕੋਲੋਂ ਜਿੰਨੀ ਮਰਜ਼ੀ ਹੀਟ ਕੱਢੀ ਚੱਲੋ, ਠੀਕ ਹੈ, ਇਹਦੇ ਅੰਦਰ ਹੀਟ ਕੰਟੈਂਟ ਦੀ ਅਮਾਉਂਟ ਜਿਹੜੀ ਉਹ ਘਟਦੀ ਨਹੀਂ, ਠੀਕ ਹੈ। ਇਹਦਾ ਟੈਂਪਰੇਚਰ ਕਿਤੇ ਵੀ ਫਾਲ ਨਹੀਂ ਕਰਦਾ, ਯਾਨੀ ਟੈਂਪਰੇਚਰ ਇਹਦਾ T1 ਬਣਿਆ ਰਹੇਗਾ। ਇਟ ਆਲਵੇਜ਼ ਰਿਮੇਨ ਟੂ ਬੀ ਐਟ ਅ ਹਾਇਰ ਟੈਂਪਰੇਚਰ। ਇਹ ਇੱਕ ਅਸੰਪਸ਼ਨ ਆ। ਜਿੱਦਾਂ ਅਸੀਂ ਕਹਿੰਦੇ ਕਿ ਵੀ ਸਮੁੰਦਰ ਦੇ ਵਿੱਚੋਂ ਅਸੀਂ ਮੰਨ ਲਓ 10 ਡ੍ਰੌਪ ਪਾਣੀ ਦੇ ਕੱਢ ਲਈਏ ਤੇ ਮੈਂ ਕਹਿੰਦਾ ਜੀ ਉਹਦੇ ਵੋਲੀਅਮ ਨੂੰ ਕੋਈ ਫਰਕ ਨਹੀਂ ਪਿਆ। ਐਕਚੁਅਲ 'ਚ ਤੇ ਵੋਲੀਅਮ ਚੇਂਜ ਹੋਇਆ ਵਾ, ਬਟ ਅਸੀਂ ਉਸ ਮੂਮੈਂਟ ਤੇ ਅਸੰਪਸ਼ਨ ਇਹ ਲਗਾਉਂਦੇ ਕਿ ਸੋਰਸ ਦੇ ਵੋਲੀਅਮ ਦੇ ਕੰਪੈਰੀਟਿਵਲੀ 10 ਡ੍ਰੌਪ ਕੱਢਣ ਨਾਲ ਉਹਦੇ ਵੋਲੀਅਮ ਦੇ ਉੱਤੇ ਇਫੈਕਟ ਜਿਹੜਾ ਵਾ ਉਹ ਮੇਰੇ ਕੋਲ ਕੁਝ ਨਹੀਂ ਕਹਿੰਦਾ ਜੀ ਡਿਵੈਲਪ ਹੁੰਦਾ। ਕਿਆ ਇੰਨੀ ਗੱਲ ਸਮਝ ਲੱਗੀ? yes, sir. ਸੋ ਸੋਰਸ ਦੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਉਹਦਾ ਮਤਲਬ ਇਹ ਹੋ ਗਿਆ ਕਿ ਸੋਰਸ ਦੇ ਵਿੱਚੋਂ ਹੀਟ ਜਦੋਂ ਵਿਦਡਰਾ ਵੀ ਕਰਾਂਗੇ ਤੇ ਸੋਰਸ ਦੇ ਟੈਂਪਰੇਚਰ ਦੇ ਉੱਤੇ ਕੋਈ ਇਫੈਕਟ ਨਹੀਂ ਆਏਗਾ। ਸਿਮਿਲਰਲੀ ਅਸੀਂ ਕਹਿੰਦੇ ਜੀ ਵਰਕਿੰਗ ਸਬਸਟੈਂਸ ਨੇ ਜਦੋਂ ਹੀਟ એનર્ਜੀ ਨੂੰ ਮਕੈਨੀਕਲ એનર્ਜੀ 'ਚ ਕਨਵਰਟ ਕੀਤਾ, ਡਿਊਰਿੰਗ ਦੈਟ ਕਨਵਰਜਨ ਸਮ ਅਮਾਉਂਟ ਆਫ ਹੀਟ એનર્ਜੀ ਇਜ਼ ਵੇਸਟਡ, ਠੀਕ ਹੈ। ਪੂਰੇ ਦੀ ਪੂਰੀ 100% ਮੇਰੀ ਹੀਟ એનર્ਜੀ ਮਕੈਨੀਕਲ 'ਚ ਕਨਵਰਟ ਨਹੀਂ ਹੋਈ, ਕੁਛ ਨਾ ਕੁਛ ਹੀਟ ਮੇਰੀ ਜਿਹੜੀ ਵੇਸਟ ਹੋਏਗੀ। ਇਹਦੀ ਬਿਲਕੁਲ ਸਿੰਪਲ ਐਗਜ਼ਾਮਪਲ ਦਿੰਦਾ। ਇੱਕ ਕੈਸਟਰੋਲ ਦੀ ਐਡ ਆਉਂਦੀ ਆ, ਠੀਕ ਹੈ। ਕੈਸਟਰੋਲ ਆਇਲ ਉਹ ਦਿਖਾਉਂਦੇ ਜੀ ਇੱਕ ਪਿਸਟਨ 'ਚ ਪਾਇਆ ਹੋਇਆ, ਉਹ ਚੇਦਾ ਦਿਖਾਉਂਦੇ ਕਿ ਆ ਸਿਲੈਂਡਰੀਕਲ ਪਿਸਟਨ ਆ, ਹਨਾ। ਔਰ ਇਹਦੇ ਵਿੱਚ ਇੱਕ ਆ ਮੇਰੇ ਕੋਲ ਜਿਹੜਾ ਕਹਿੰਦਾ ਜੀ ਐਸ ਸੱਚ ਚੈਂਬਰ ਆ, ਇਹਦੇ ਵਿੱਚ ਇੱਕ ਪਿਸਟਨ ਜਿਹੜਾ ਅਪ ਐਂਡ ਡਾਊਨ ਮੂਵ ਕਰਦਾ। ਉਹ 'ਚੋਂ ਦਿਖਾਉਂਦੇ ਕਿ ਵੀ ਜਦੋਂ ਪਿਸਟਨ ਅਪ ਐਂਡ ਡਾਊਨ ਮੂਵ ਕਰਦਾ, ਜੇ ਤੁਸੀਂ ਇਹ 'ਚ ਕੋਈ ਲੁਬਰੀਕੈਂਟ ਵਧੀਆ ਪਾਇਆ ਹੋਇਆ ਤੇ ਇਹਦੇ ਅੰਦਰ ਐਸ ਸੱਚ ਫ੍ਰਿਕਸ਼ਨ ਦੇ ਨਾਲ ਹੀਟ એનર્ਜੀ ਨਹੀਂ ਬਣਦੀ। ਬਟ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਵੀ ਤੁਹਾਡੀ ਹੀਟ એનર્ਜੀ ਨੂੰ ਤੁਸੀਂ ਮਿਨੀਮਾਈਜ਼ ਕਰ ਸਕਦੇ ਹੋ, ਠੀਕ ਹੈ, ਪਰ ਤੁਸੀਂ ਉਹਨੂੰ ਜ਼ੀਰੋ ਨਹੀਂ ਕਰ ਸਕਦੇ, ਕਿਉਂਕਿ ਜਦੋਂ ਇਸ ਚੀਜ਼ ਨੇ ਇਹਦੇ ਅੰਦਰ ਬੇਟਾ ਮੂਵ ਕਰਨਾ, ਇਹਦੀ ਬਾਲ ਦੇ ਨਾਲ ਟੱਚ ਕਰਨਾ, ਤੇ ਜੇ ਹੋਰ ਕੁਝ ਨਾ ਸੀ ਬਾਲ ਦੇ ਨਾਲ ਉਹਦੀ ਐਸ ਸੱਚ ਰਗੜਨ ਕਰਕੇ, ਠੀਕ ਹੈ, ਫ੍ਰਿਕਸ਼ਨਲ ਫੋਰਸ ਜਨਰੇਟ ਹੋਊਗੀ। Yes, sir. Yes, sir. ਇਹ ਵੀ ਨਾ ਲਈਏ ਤਾਂ ਅਸੀਂ ਕਹਿੰਦੇ ਜਦੋਂ ਨੇ 에ਅਰ 'ਚ ਵੀ ਮੂਵ ਕਰਨਾ ਤੇ ਬੇਟਾ 에ਅਰ ਦੀ ਫ੍ਰਿਕਸ਼ਨਲ ਫੋਰਸ ਹੋਏਗੀ। Yes, sir. Yes, sir. ਇਹਦਾ ਮਤਲਬ ਇਹ ਚੀਜ਼ ਹੋਗੀ ਕਿਤੇ ਨਾ ਕਿਤੇ ਮੇਰੀ ਐਸ ਸੱਚ ਹੀਟ એનર્ਜੀ ਉਹ 100% ਮਕੈਨੀਕਲ એનર્ਜੀ 'ਚ ਕਨਵਰਟ ਨਹੀਂ ਹੁੰਦੀ। ਉਹਦਾ ਕੁਝ ਪੋਰਸ਼ਨ ਜਿਹੜਾ ਹੈਗਾ ਉਹ ਹਮੇਸ਼ਾ ਮੇਰੇ ਕੋਲ ਸਿੰਕ ਨੂੰ ਵੇਸਟ ਹੋ ਕੇ ਜਾਂਦਾ। ਇਹਦਾ ਮਤਲਬ ਜਿੰਨੀ ਸੋਰਸ ਦੇ ਕੋਲੋਂ ਮੈਂ ਹੀਟ એનર્ਜੀ ਲੈ ਰਿਹਾ ਉਹ 100% ਵਰਕਿੰਗ ਸਬਸਟੈਂਸ ਨੇ ਯੂਟਿਲਾਈਜ਼ ਨਹੀਂ ਕਰਨੀ। ਇਹਦੇ ਵਿੱਚੋਂ ਅਸੀਂ ਮੰਨਦੇ ਪਏ Q2 ਹੀਟ એનર્ਜੀ ਜਿਹੜੀ ਆ ਇਹ ਸਿੰਕ ਨੂੰ ਜਾਏਗੀ, ਤੇ ਜੇ ਸਿੰਕ ਨੂੰ ਹੀਟ એનર્ਜੀ ਜਾਊਗੀ ਤਾਂ ਸਿੰਕ ਦਾ ਟੈਂਪਰੇਚਰ ਅੱਗੇ ਨਾਲੋਂ Right. Increase. ਵਧੂਗਾ। ਇਹਦੇ ਵਿੱਚੋਂ ਹੀਟ ਕੱਢੀ ਆ ਤੇ ਇਹਦਾ ਟੈਂਪਰੇਚਰ ਅੱਗੇ ਨਾਲੋਂ ਘਟ ਜੂ। ਘਟੇਗਾ। ਇਹਦਾ ਮਤਲਬ ਜੇ ਇਹਦਾ ਟੈਂਪਰੇਚਰ ਫਾਲ ਔਰ ਇਹਦਾ ਟੈਂਪਰੇਚਰ ਇਨਕਰੀਜ਼ ਕਰ ਰਿਹਾ, ਫਿਰ ਇੱਕ ਸਟੇਜ ਇਹ ਵੀ ਤਾਂ ਆ ਸਕਦੀ ਆ
ਜਦੋਂ ਦੋਨਾਂ ਦੇ ਟੈਂਪਰੇਚਰ ਸੇਮ ਹੋ ਜਾਣ, ਜੇ ਸੇਮ ਹੋ ਗਏ ਤਾਂ ਥਰਮਲ ਇਕੁਇਲਿਬ੍ਰੀਅਮ ਆ ਜਾਊ। Yes, sir. Yes, sir. इक्विलिब्रियम एस्टैब्लिश हो गया तो मतलब हीट ट्रांसफरिंग का प्रोसेस खत्म हो जाएगा। ठीक है, ਇਹਦਾ मतलब ਇਹ ਹੋ ਗਿਆ ਕਿਸੇ ਵੀ ਮੂਵਮੈਂਟ ਤੇ ਜੇ ਹੀਟ એનર્ਜੀ ਮਕੈਨੀਕਲ ਚ ਕਨਵਰਟ ਕਰਾਣੀ ਆ ਤੇ ਵੀ ਨੈਵਰ ਟੂ ਬੀ ਅਚੀਵ ਦਾ ਥਰਮਲ ਇਕੁਇਲਿਬ੍ਰੀਅਮ। ਇਹ ਮਤਲਬ ਜੇ ਥਰਮਲ ਇਕੁਇਲਿਬ੍ਰੀਅਮ ਐਸਟੈਬਲਿਸ਼ ਨਹੀਂ ਹੋਣਾ ਚਾਹੀਦਾ, ਉਹਦੇ ਲਈ ਫਿਰ ਅਸੀਂ ਅਜ਼ੰਪਸ਼ਨ ਇਹ ਲਗਾਈ ਆ ਕਿ ਸੋਰਸ ਹਮੇਸ਼ਾ ਇਨਫਾਈਨਾਈਟ ਥਰਮਲ ਕੈਪੈਸਿਟੀ ਆ, ਸਿੰਕ ਦੀ ਵੀ ਇਨਫਾਈਨਾਈਟ ਥਰਮਲ ਕੈਪੈਸਿਟੀ ਆ। ਮਤਲਬ ਸੋਰਸ ਦੇ ਵਿੱਚੋਂ ਜਿੰਨੀ ਮਰਜ਼ੀ ਹੀਟ ਕੱਢੀ ਚੱਲਾਂ ਉਹਦਾ ਟੈਂਪਰੇਚਰ ਫਾਲ ਨਹੀਂ ਕਰੇਗਾ, ਸਿੰਕ ਨੂੰ ਜਿੰਨੀ ਮਰਜ਼ੀ ਹੀਟ ਦੇਈ ਚੱਲਾਂ ਤੇ ਉਹਦਾ ਟੈਂਪਰੇਚਰ ਕਿਤੇ ਵੀ ਮੇਰੇ ਕੋਲ ਜਿਹੜਾ ਉਹ ਰੇਜ਼ ਨਹੀਂ ਕਰੇਗਾ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਤੁਹਾਨੂੰ ਮੰਨਾ ਤੇ ਸਿੰਕ ਅਸੀਂ ਪਤਾ ਕਿਹਨੂੰ ਕਹਿੰਦੇ, ਜਿੱਦਾਂ ਮੰਨ ਲਓ ਸਕੂਟਰ ਚਲਾਉਂਦੇ ਪਏ ਹੋ ਤੇ ਜਿਹੜਾ ਤੁਹਾਡਾ ਸਾਰਾ ਸਕੂਟਰ ਨੂੰ ਛੱਡ ਕੇ ਬਾਹਰ ਵਾਲਾ ਸਾਰਾ ਸਰਾਊਂਡਿੰਗ ਆ ਇਹ ਤੁਹਾਡੀ ਸਿੰਕ ਆ। ਆਪਾਂ ਕਹਿੰਦੇ ਕਿ ਸਿਲੈਂਸਰ ਗਰਮ ਹੋ ਗਿਆ, ਇਹਦਾ ਮਤਲਬ ਸਿਲੈਂਸਰ ਤੋਂ ਹੀਟ એનર્ਜੀ ਬਣਦੀ ਪਈ, Yes, Yes, sir. ਬੇਸ ਹੋ ਕੇ ਹੀਟ એનર્ਜੀ ਆਂਦੀ ਪਈ ਆ, ਉਹ ਬਾਹਰ ਸਰਾਊਂਡਿੰਗ ਵੀ ਜਾਂਦੀ ਪਈ ਬੇਟਾ। yes, ਔਰ ਅਸੀਂ ਨੋਟ ਕਰਦੇ ਪਏ ਕਿ ਜਿਹੜੀ ਸਰਾਊਂਡਿੰਗ ਨੂੰ ਹੀਟ ਜਾਂਦੀ ਪਈ ਆ ਉਹਦੇ ਨਾਲ ਕਿਤੇ ਵੀ ਸਰਾਊਂਡਿੰਗ ਦਾ ਟੈਂਪਰੇਚਰ ਨਹੀਂ ਵੱਧਦਾ, ਆਲਦੋ ਗ੍ਰੀਨ ਹਾਊਸ ਇਫੈਕਟ ਹੁੰਦਾ ਹੀ ਪਿਆ ਵਾ। ਠੀਕ ਹੈ, ਟੈਂਪਰੇਚਰ ਤਾਂ ਵੱਧਦਾ ਹੀ ਆ ਜਿਹਦੇ ਕਰਕੇ ਅਸੀਂ ਕਹਿੰਦੇ ਗ੍ਰੀਨ ਹਾਊਸ ਇਫੈਕਟ ਬਣਦਾ। ਬਟ ਵੀ ਆਰ ਅਸਿਊਮਿੰਗ ਕਿ ਵੀ ਉਸ ਮੂਮੈਂਟ ਤੇ ਸਿੰਕ ਦਾ ਟੈਂਪਰੇਚਰ ਜਿਹੜਾ ਵਾ ਉਹ ਕਦੀ ਵੀ ਐਸਐਚ ਸੋਰਸ ਦੇ ਟੈਂਪਰੇਚਰ ਦੇ ਬਰਾਬਰ ਨਹੀਂ ਪਹੁੰਚੇਗਾ। ਇਹ ਮਤਲਬ ਡਿਫਰੈਂਸ ਆਫ ਟੈਂਪਰੇਚਰ ਹਮੇਸ਼ਾ ਰਹੇਗਾ ਔਰ ਇਸ ਡਿਫਰੈਂਸ ਆਫ ਟੈਂਪਰੇਚਰ ਦੇ ਕਰਕੇ always heat energy is converted into mechanical energy। क्या इतनी गल क्लियर? Yes, sir. Yes, sir. Yes, sir. चलो इस चीज नु